ਤਿੰਨ ਭਾਈ ਸੰਦੀਪ ਸਿੰਘ ਸਣੀ ਦਾ ਨੁਕਸਾਨ ਕਰ ਦਿੰਦੇ ਜਾਂ ਉਹਨਾਂ ਦੇ ਕੋਈ ਹੋਰ ਹਮਾਇਤੀ ਅੰਦਰ ਪੁਲਿਸ ਵਾਲੇ ਹੁੰਦੇ, ਉਹ ਵੱਡਾ ਨੁਕਸਾਨ ਭਾਈ ਸੰਦੀਪ ਸਿੰਘ ਸਣੀ ਦਾ ਕਰ ਦਿੰਦੇ, ਜੇ ਉਹ ਆਪਣਾ ਬਚਾਅ ਨਾ ਕਰਦੇ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ? ਜਿਹੜੇ ਉਸ ਸਮੇਂ ਡਿਊਟੀ ਤੇ ਤੈਨਾਤ ਪੁਲਿਸ ਮਹਿਕਮੇ ਜੇਲ੍ਹ ਮਹਿਕਮੇ ਦੇ ਅਫਸਰ ਸੀ, ਮੁਲਾਜ਼ਮ ਸੀ, ਉਹਨਾਂ ਖਿਲਾਫ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ। ਡਿਸਮਿਸ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਨੇ। ਲਾਅ ਮੁਤਾਬਕ ਜੇਲ੍ਹ ਜੋ ਮੈਨੂਅਲ ਹੈ ਉਹਦੇ ਮੁਤਾਬਕ ਵਕੀਲ ਨੂੰ ਮੁਜਰਮ ਨੂੰ ਮਿਲਣ ਤੋਂ ਕਦੇ ਵੀ ਰੋਕਿਆ ਨਹੀਂ ਜਾ ਸਕਦਾ। ਇੱਥੇ ਦੇ ਵਕੀਲਾਂ ਨੂੰ ਇਹ ਮਿਲਣ ਨਹੀਂ ਜਾ ਰਿਹਾ। ਜੇ ਵਕੀਲਾਂ ਦੇ ਅਧਿਕਾਰ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਲੋਕਾਂ ਦੇ ਅਧਿਕਾਰ ਕਿੱਥੇ ਹੋਣਗੇ? ਪੰਜਾਬ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ, ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਤੁਰੰਤ 2-3 ਘੰਟਿਆਂ ਦੇ ਅੰਦਰ ਹੀ ਪੂਰੇ ਨੈਸ਼ਨਲ ਮੀਡੀਆ ਨੇ, ਪੰਜਾਬ ਦੇ ਮੀਡੀਆ ਨੇ ਖਬਰ ਹਾਈਲਾਈਟ ਕਰ ਦਿੱਤੀ ਕਿ ਭਾਈ ਸੰਦੀਪ ਸਿੰਘ ਸਣੀ ਨੇ ਰਿਟਾਇਰਡ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੰਦੀਪ ਸਿੰਘ ਨਾਲ ਜੋ ਧੱਕੇਸ਼ਾਹੀ ਹੋਈ ਹੈ, ਤਸ਼ੱਦਦ ਹੋਇਆ, ਉਸ ਦੇ ਖਿਲਾਫ ਜਿੱਥੇ ਪਹੁੰਚਣਾ ਸਾਡਾ ਸਭ ਦਾ ਫਰਜ਼ ਬਣਦਾ ਸੀ, ਉੱਥੇ ਹੀ ਸਾਨੂੰ ਖਾਸ ਤੌਰ ਤੇ ਡਿਊਟੀ ਲਾਈ ਭਾਈ ਗੁਰਜੀਤ ਸਿੰਘ ਨੇ। ਮੈਂ ਦੱਸਣਾ ਚਾਹੁੰਦਾ ਇੱਥੇ ਸੰਗਤ ਨੂੰ, ਜਿਹੜੇ ਤਕਰੀਬਨ 1 ਸਾਲ ਤੋਂ ਸਮਾਣੇ 450 ਫੁੱਟ ਉੱਚੇ ਟਾਵਰ ਤੇ ਬੈਠੇ ਨੇ। ਮੰਗ ਕੀ ਹੈ? ਜੋ ਗੁਰੂ ਗ੍ਰੰਥ ਸਾਹਿਬ ਹੋਰ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ, ਉਹਦੀਆਂ ਦੋਸ਼ੀਆਂ ਵਾਸਤੇ ਸਖਤ ਕਾਨੂੰਨ ਬਣਵਾਉਣ ਲਈ 1 ਸਾਲ ਹੋ ਗਿਆ ਬੈਠਿਆਂ ਨੂੰ। ਉਹ ਬਹੁਤ ਤੜਫ ਰਹੇ ਨੇ ਭਾਈ ਸੰਦੀਪ ਸਿੰਘ ਵਾਸਤੇ ਕਿ ਕੁਝ ਵੀ ਹੋਵੇ ਉਹਦਾ ਸਾਥ ਦੇਣ ਲਈ ਜ਼ਰੂਰ ਜਾਓ। ਹੁਣ ਆਪਾਂ ਗੱਲ ਕਰਦੇ ਹਾਂ ਭਾਈ ਸੰਦੀਪ ਸਿੰਘ ਦੀ। ਇਹ ਘਟਨਾ, ਇਹ ਲੜਾਈ ਕਿਤੇ ਕਿਸੇ ਦੇ ਖੇਤ ਵਿੱਚ ਜਾਂ ਸੜਕ ਤੇ ਜਾਂਦੇ ਜਾਂ ਕਿਸੇ ਵਿਆਹ ਦੇ ਪੈਲਸ ਵਿੱਚ ਨਹੀਂ ਹੋਈ। ਇਹ ਸਰਕਾਰੀ ਜੇਲ੍ਹ ਦੇ ਅੰਦਰ ਹੋਈ ਹੈ। ਜਦੋਂ ਜੇਲ੍ਹ ਦੇ ਦਰਵਾਜ਼ੇ ਵਿੱਚੋਂ ਕਿਸੇ ਨੇ ਅੰਦਰ ਪੈਰ ਰੱਖ ਲਿਆ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਦੀ ਹੈ, ਪੰਜਾਬ ਸਰਕਾਰ ਦੀ ਹੈ, ਜੇਲ੍ਹ ਮੰਤਰੀ ਦੀ ਹੈ, ਸਭ ਦੀ ਹੈ। ਜੇਕਰ ਇਹ ਪੁਲਿਸ ਵਾਲੇ ਤਿੰਨ ਭਾਈ ਸੰਦੀਪ ਸਿੰਘ ਸਣੀ ਦਾ ਨੁਕਸਾਨ ਕਰ ਦਿੰਦੇ ਜਾਂ ਉਹਨਾਂ ਦੇ ਕੋਈ ਹੋਰ ਹਮਾਇਤੀ ਅੰਦਰ ਪੁਲਿਸ ਵਾਲੇ ਹੁੰਦੇ, ਉਹ ਵੱਡਾ ਨੁਕਸਾਨ ਭਾਈ ਸੰਦੀਪ ਸਿੰਘ ਸਣੀ ਦਾ ਕਰ ਦਿੰਦੇ, ਜੇ ਉਹ ਆਪਣਾ ਬਚਾਅ ਨਾ ਕਰਦੇ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ? ਪੰਜਾਬ ਸਰਕਾਰ ਨੂੰ ਇਸ ਘਟਨਾ ਦੀ ਜੁਡੀਸ਼ੀਅਲ ਇਨਕੁਆਇਰੀ ਕਰਾਉਣੀ ਚਾਹੀਦੀ ਆ। ਇੱਥੇ ਦਾ ਜੇਲ੍ਹ ਸੁਪਰੀਡੈਂਟ ਜਾਂ ਜਿਹੜੇ ਉਸ ਸਮੇਂ ਡਿਊਟੀ ਤੇ ਤੈਨਾਤ ਪੁਲਿਸ ਮਹਿਕਮੇ ਜੇਲ੍ਹ ਮਹਿਕਮੇ ਦੇ ਅਫਸਰ ਸੀ, ਮੁਲਾਜ਼ਮ ਸੀ, ਉਹਨਾਂ ਖਿਲਾਫ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ। ਡਿਸਮਿਸ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣੇ ਚਾਹੀਦੇ ਨੇ। ਜੇ ਆਪਾਂ ਇਹ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਸਿੱਖ ਨੌਜਵਾਨੀ ਆ ਉਹਨਾਂ ਨਾਲ ਇਹ ਤਸ਼ੱਦਦ, ਇਹ ਜੇਲ੍ਹਾਂ ਬੰਦ ਹੋਣ, ਤਾਂ ਮੈਂ ਬੇਨਤੀ ਕਰਦਾ ਇੱਥੇ ਸਾਰੇ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਬੈਠੇ ਨੇ ਜਿਨ੍ਹਾਂ ਨੇ 30-30, 40-40 ਸਾਲ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ ਹੈ। ਇਹਨਾਂ ਨੂੰ ਸਾਡੇ ਨਾਲੋਂ ਬਹੁਤ ਵੱਡਾ ਤਜਰਬਾ। ਮੈਂ ਬੇਨਤੀ ਕਰਦਾ ਕਿ ਅਜਿਹੇ ਮਾਮਲਿਆਂ ਨੂੰ ਜਾਂ ਇਸ ਪ੍ਰਕਾਰ ਦੇ ਕਿਸੇ ਹੋਰ ਸਰਕਾਰੀ ਧੱਕੇਸ਼ਾਹੀ ਨਾਲ ਨਜਿੱਠਣ ਵਾਸਤੇ ਇੱਕ ਪੰਜਾਬ ਪੱਧਰ ਤੇ ਤੁਸੀਂ ਸਾਂਝਾ ਫੋਰਮ ਤਿਆਰ ਕਰੋ, ਜਿਹਦੇ ਵਿੱਚ ਹਰ ਸਿਆਸੀ ਪਾਰਟੀ, ਹਰ ਸਮਾਜਿਕ ਜਥੇਬੰਦੀ ਦੀ ਖੁੱਲ੍ਹ ਹੋਵੇ, ਜਿਹਦਾ ਕੋਈ ਇਹ ਨਾ ਹੋਵੇ ਕਿ ਹਾਂ ਅਸੀਂ ਇੱਕ ਸਿਆਸੀ ਧਿਰ ਨਾਲ ਜੁੜੇ ਹਾਂ। ਇੱਕ ਕੋਰਮ ਇਹੋ ਜਿਹਾ ਤਿਆਰ ਹੋਵੇ ਜਿਹਦੇ ਜ਼ਿਲ੍ਹਾ ਹੈੱਡਕੁਆਟਰ ਹੋਣ, ਸਬ ਡਿਵੀਜ਼ਨ ਤੱਕ ਪਹੁੰਚ ਹੋਵੇ, ਜਿਹੜੀ ਕਿ ਸਿਰਫ ਤੇ ਸਿਰਫ ਸਰਕਾਰ ਤੇ ਪੁਲਿਸ ਦੀ ਧੱਕੇਸ਼ਾਹੀ ਦੇ ਖਿਲਾਫ ਲੜੇ। ਜੇ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਟੈਪ ਚੱਕਣੇ ਪੈਣਗੇ। ਨਹੀਂ ਤਾਂ ਇੱਥੇ ਆਪਾਂ ਦੇਖ ਰਹੇ ਹਾਂ ਕਿ ਜਿੱਡੀ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਹੋਣੀ ਚਾਹੀਦੀ ਸੀ, ਓਡੀ ਵੱਡੀ ਗਿਣਤੀ ਨਹੀਂ ਹੈ। ਜਿਹੜੇ ਆਏ ਨੇ ਜਜ਼ਬੇ ਵਾਲੇ ਨੇ, ਜਾਗਦੇ ਜ਼ਮੀਰ ਵਾਲੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਗੱਲ ਮੈਂ ਕਰਦਾ ਕਿ ਜਦੋਂ ਆਪਾਂ ਇੱਕ ਐਜ ਏ ਸਿੱਖ ਬਣ ਕੇ ਗੱਲ ਕਰਦੇ ਆ ਨਾ, ਇਸ ਸਮਾਜ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਇਹ ਤਾਂ ਜੀ ਸਿੱਖਾਂ ਦਾ ਮੁੱਦਾ, ਇਹ ਤਾਂ ਸਿੱਖ ਨੇ, ਇਹ ਤਾਂ ਹਿੰਦੂਆਂ ਨਾਲ ਪਤਾ ਨਹੀਂ ਇਹਨਾਂ ਦਾ ਕੋਈ ਟਕਰਾਅ ਹੈ ਤਾਂ ਬੋਲਦੇ ਨੇ, ਕੋਈ ਅਫਸਰ ਹਿੰਦੂ ਆ, ਕੋਈ ਮੰਤਰੀ ਹਿੰਦੂ ਆ ਤਾਂ ਇਹ ਬੋਲਦੇ ਨੇ। ਇੱਕ ਆਪਾਂ ਨੂੰ ਇੱਥੇ ਇਹ ਗੱਲ ਕਰਨੀ ਚਾਹੀਦੀ ਹੈ ਮਨੁੱਖੀ ਹੱਕਾਂ ਦੀ। ਜਦੋਂ ਤੁਸੀਂ ਮਨੁੱਖੀ ਹੱਕਾਂ ਦੀ ਗੱਲ ਕਰੋਗੇ, ਜਦੋਂ ਮਨੁੱਖੀ ਹੱਕਾਂ ਦੀ ਗੱਲ ਕਰੋਗੇ ਤਾਂ ਆਪਣੇ ਨਾਲ ਹਰ ਮਨੁੱਖਤਾ ਪੱਖੀ ਬੰਦਾ ਜੁੜ ਕੇ ਤੁਰੂਗਾ। ਅੱਜ ਸੰਸਾਰ ਪੱਧਰ ਤੇ ਇੱਕੋ ਹੀ ਨੀਤੀ ਚੱਲਦੀ ਹੈ, ਸਭ ਤੋਂ ਉੱਤੇ ਰੱਖੇ ਜਾਂਦੇ ਨੇ ਮਨੁੱਖੀ ਅਧਿਕਾਰ। ਜੇ ਆਪਾਂ ਸੰਦੀਪ ਸਿੰਘ ਸਣੀ ਦੀ ਗੱਲ ਕਰੀਏ ਜੇਲ੍ਹ ਦੇ ਅੰਦਰ, ਤਾਂ ਇਹਦੇ ਮਨੁੱਖੀ ਅਧਿਕਾਰ ਨੇ ਕਿ ਉਹਦੇ ਪਰਿਵਾਰ ਨੂੰ ਉਹਦੇ ਨਾਲ ਮਿਲਾਇਆ ਜਾਵੇ, ਉਹਦੇ ਵਕੀਲਾਂ ਨੂੰ ਉਹਦੇ ਨਾਲ ਮਿਲਾਇਆ ਜਾਵੇ। ਪਿਛਲੇ ਦਿਨੀ ਭਾਈ ਸੰਦੀਪ ਸਿੰਘ ਸਣੀ ਦੇ ਵਕੀਲਾਂ ਦੀ ਪ੍ਰੈਸ ਕਾਨਫਰੰਸ ਸੁਣੀ। ਉਹ ਦੱਸ ਰਹੇ ਸੀ ਕਿ ਲਾਅ ਮੁਤਾਬਕ ਜੇਲ੍ਹ ਜੋ ਮੈਨੂਅਲ ਹੈ ਉਹਦੇ ਮੁਤਾਬਕ ਵਕੀਲ ਨੂੰ ਮੁਜਰਮ ਨੂੰ ਮਿਲਣ ਤੋਂ ਕਦੇ ਵੀ ਰੋਕਿਆ ਨਹੀਂ ਜਾ ਸਕਦਾ। ਇੱਥੇ ਦੇ ਵਕੀਲਾਂ ਨੂੰ ਇਹ ਮਿਲਣ ਨਹੀਂ ਜਾ ਰਿਹਾ। ਜੇ ਵਕੀਲਾਂ ਦੇ ਅਧਿਕਾਰ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਲੋਕਾਂ ਦੇ ਅਧਿਕਾਰ ਕਿੱਥੇ ਹੋਣਗੇ?
ਇਹ ਮੇਰੀ ਬੇਨਤੀ ਹੈ ਕਿ ਮਨੁੱਖਤਾ ਮਨੁੱਖੀ ਅਧਿਕਾਰਾਂ ਦੀ ਗੱਲ ਆਪਾਂ ਨਾਲ ਜ਼ਰੂਰ ਲੈ ਕੇ ਚੱਲੀਏ ਤਾਂ ਕਿ ਪੂਰੀ ਦੁਨੀਆ ਵਿੱਚ ਪੂਰੇ ਦੇਸ਼ ਵਿੱਚ ਇਹ ਗੱਲ ਫੈਲੇ ਕਿ ਪੰਜਾਬ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ, ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਤੁਰੰਤ 2-3 ਘੰਟਿਆਂ ਦੇ ਅੰਦਰ ਹੀ ਪੂਰੇ ਨੈਸ਼ਨਲ ਮੀਡੀਆ ਨੇ, ਪੰਜਾਬ ਦੇ ਮੀਡੀਆ ਨੇ ਖਬਰ ਹਾਈਲਾਈਟ ਕਰ ਦਿੱਤੀ ਕਿ ਭਾਈ ਸੰਦੀਪ ਸਿੰਘ ਸਨੀ ਨੇ ਰਿਟਾਇਰਡ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ। ਦੱਸੋ ਉਹਨਾਂ ਨੂੰ ਇਹ ਪੱਖ ਕਿਹਦਾ ਲਿਆ? ਉਹਨਾਂ ਨੇ ਇਹ ਪਹਿਲ ਭਾਈ ਸੰਦੀਪ ਸਿੰਘ ਸਨੀ ਨੇ ਕੀਤੀ ਹੈ। ਹੋ ਸਕਦਾ ਹੈ ਕਿ ਉਹਨਾਂ ਨੂੰ ਪ੍ਰਵੋਕ ਕੀਤਾ ਗਿਆ, ਉਹਨਾਂ ਨੂੰ ਭੜਕਾਇਆ ਗਿਆ ਹੋਵੇ ਤਾਂ ਕਿ ਜਿਹੜੀ ਸਿੱਖ ਨੌਜਵਾਨੀ ਆ ਉਹ ਜੇਲ੍ਹਾਂ ਵਿੱਚ ਰਹੇ। ਜਦੋਂ ਭੜਕਾਇਆ ਗਿਆ, ਉਹਨਾਂ ਤੇ ਹਮਲਾ ਕੀਤਾ ਗਿਆ, ਜਵਾਬੀ ਤੌਰ ਤੇ ਗੁਰੂ ਦਾ ਸਿੰਘ ਸੀ, ਉਹਨੇ ਜੋ ਬਣਦਾ ਜਵਾਬ ਸੀ ਦਿੱਤਾ। ਸੋ ਇਹੀ ਬੇਨਤੀ ਹੈ ਕਿ ਅੱਗੇ ਵਾਸਤੇ ਜੇਕਰ ਇਹ ਕੋਈ ਸੰਘਰਸ਼ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਇਹਨੂੰ ਸੰਘਰਸ਼ ਨੂੰ ਵੱਡੇ ਪੱਧਰ ਤੇ ਲੈ ਕੇ ਜਾਇਆ ਜਾਵੇ ਅਤੇ ਸਰਕਾਰ ਤੋਂ ਭਾਈ ਸੰਦੀਪ ਸਿੰਘ ਸਨੀ ਦੀ ਸੁਰੱਖਿਆ ਕਰਵਾਈ ਜਾਵੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।